ਜੇ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਔਰ ਉਹ ਘੱਟ ਬੈਂਡ ਦੇ ਕਰਕੇ ਕਿਸੇ ਇੱਕ ਮੋਡਿਊਲ ਦੇ ਅੰਦਰ ਤੁਹਾਡੇ ਬੈਂਡ 5 5.5 ਤੋਂ ਉੱਪਰ ਨਹੀਂ ਆਏ, ਉਹਦੇ ਕਰਕੇ ਤੁਹਾਡੀ ਫਾਈਲ ਅਪਰੂਵ ਨਹੀਂ ਹੋਈ, ਤੁਹਾਡਾ ਵੀਜ਼ਾ ਨਹੀਂ ਲੱਗਿਆ, ਤੇ ਤੁਹਾਡਾ ਉਹ ਦੂਸਰਾ ਆਪਸ਼ਨ ਹੈ USA। ਅਗਰ ਤੁਸੀਂ USA ਜਾਣ 'ਚ ਇੰਟਰਸਟਿਡ ਹੋ, USA ਨੇ ਸਟੱਡੀ ਵੀਜ਼ਾ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ। ਜਿਸ ਤਰ੍ਹਾਂ ਕੈਨੇਡਾ ਦੀ ਇਕੋਨਮੀ ਇਸ ਟਾਈਮ ਤੇ ਕਾਫੀ ਸਟੱਡੀ ਵੀਜ਼ਾ ਦੇ ਉੱਤੇ ਬੇਸਡ ਹੈ, ਇਸ ਤਰ੍ਹਾਂ USA ਨੇ ਵੀ ਆਪਣੀ ਜੋ ਹੈ ਇਕੋਨਮੀ ਨੂੰ ਸਟੂਡੈਂਟ ਵੀਜ਼ਾ ਦੇ ਉੱਤੇ ਥੋੜ੍ਹਾ ਜਿਹਾ ਕੰਸੀਡਰ ਕਰਨਾ ਸ਼ੁਰੂ ਕੀਤਾ ਹੈ, ਕਿਉਂਕਿ ਇਸ ਟਾਈਮ ਤੇ ਟੂਰਿਸਟ ਜੋ ਵੀਜ਼ਾ ਹੈ ਜਾਂ ਬਿਜ਼ਨਸ ਵੀਜ਼ਾ B1 B2 ਕੈਟੇਗਰੀ ਹੈ, ਉਹ ਹਜੇ ਸਾਰਾ ਕਲੋਜ਼ਡ ਹੈ ਔਰ ਹਜੇ ਵੀਜ਼ਾਸ ਵਗੈਰਾ ਨਹੀਂ ਲੱਗ ਰਹੇ ਔਰ ਐਮਬੈਸੀ ਅੰਦਰ ਇੰਟਰਵਿਊ ਦੀ ਡੇਟ ਵੀ ਨਹੀਂ ਮਿਲ ਰਹੀ, ਤੇ ਇਸ ਕਰਕੇ USA ਨੇ ਵੀ ਸਟੱਡੀ ਵੀਜ਼ਾ ਨੂੰ ਪ੍ਰਮੋਟ ਕਰਨਾ ਸਟਾਰਟ ਕਰ ਦਿੱਤਾ ਹੈ। ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਇਹਦੇ ਵਿੱਚ ਅਸੀਂ ਦੱਸਾਂਗੇ ਕਿ ਕੌਣ-ਕੌਣ USA ਵੀਜ਼ਾ ਅਪਲਾਈ ਕਰ ਸਕਦਾ ਹੈ, ਮਿਨੀਮਮ ਕੁਆਲੀਫਿਕੇਸ਼ਨ ਕਿੰਨੀ ਚਾਹੀਦੀ ਹੈ, ਉਸ ਤੋਂ ਇਲਾਵਾ ਫੀ ਕਿੰਨੀ ਲੱਗਦੀ ਹੈ, ਇਨਟੇਕ ਕਦੋਂ ਸਟਾਰਟ ਹੋ ਰਿਹਾ ਹੈ ਔਰ ਇੰਟਰਵਿਊ ਦੇਣਾ ਪਏਗਾ ਜਾਂ ਨਹੀਂ, ਔਰ ਅਗਰ ਤੁਹਾਡੇ ਆਇਲਸ ਦੇ ਅੰਦਰ ਘੱਟ ਬੈਂਡ ਆਏ ਨੇ ਤਾਂ ਤੁਹਾਨੂੰ ਆਇਲਸ ਦੁਬਾਰਾ ਕਰਨ ਦੀ ਲੋੜ ਹੈ ਜਾਂ ਨਹੀਂ, ਔਰ ਇਸ ਤੋਂ ਇਲਾਵਾ ਅਗਰ ਤੁਹਾਡੀ ਆਇਲਸ ਐਕਸਪਾਇਰ ਹੋ ਗਈ ਹੈ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਔਰ ਅਗਰ ਤੁਹਾਡਾ ਗੈਪ ਜ਼ਿਆਦਾ ਆ ਗਿਆ ਹੈ, ਤੁਸੀਂ 12th ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਤੁਹਾਡਾ ਸਟੱਡੀ ਵਿੱਚ ਬਹੁਤ ਗੈਪ ਹੈ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਫੀ ਕਿੰਨੀ ਲੱਗਦੀ ਹੈ, ਇਨਟੇਕ ਕਦੋਂ ਸਟਾਰਟ ਹੋ ਰਿਹਾ ਹੈ ਔਰ ਇੰਟਰਵਿਊ ਦੇਣਾ ਪਏਗਾ ਜਾਂ ਨਹੀਂ, ਔਰ ਇਹ ਸਾਰੇ ਪੁਆਇੰਟਸ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ। ਤੇ ਚਲੋ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਸਿੰਘ ਟਰੈਵਲ ਐਂਡ ਵੀਜ਼ਾ ਦੇ ਇਸ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲਾਂ ਅਗਰ ਤੁਸੀਂ ਸਾਡਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਤੇ ਵੀ ਹਿੱਟ ਕਰ ਦਿਓ, ਜਿਹਦੇ ਨਾਲ ਸਾਡੀ ਅਗਲੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਇਮੀਡੀਏਟ ਮਿਲ ਜਾਏ। ਤੇ ਗੱਲ ਕਰਦੇ ਹਾਂ USA ਦੇ ਸਟੱਡੀ ਵੀਜ਼ਾ ਦੇ ਬਾਰੇ। ਇਸ ਪੈਂਡੇਮਿਕ ਸਿਚੁਏਸ਼ਨ ਨੇ ਜਿੱਥੇ ਸਾਰੇ ਵਰਲਡ ਦੀ ਇਕੋਨਮੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ USA ਦੀ ਇਕੋਨਮੀ ਨੂੰ ਵੀ ਬਹੁਤ ਫਰਕ ਪਿਆ ਹੈ। ਜਦੋਂ ਇੱਕ ਇਨਕਮ ਦਾ ਆਉਣ ਦਾ ਸੋਰਸ ਬੰਦ ਹੋ ਜਾਏ ਔਰ ਸਿਰਫ ਖਰਚਾ ਹੋ ਰਿਹਾ ਹੋਵੇ ਤੇ ਵੱਡੀ ਤੋਂ ਵੱਡੀ ਕੰਟਰੀ ਦੀ ਇਕੋਨਮੀ ਵੀ ਹਿਲ ਜਾਂਦੀ ਹੈ। ਇਹਦੇ ਨਾਲ ਹੀ USA ਨੂੰ ਵੀ ਬਹੁਤ ਫਰਕ ਪਿਆ ਹੈ। ਜਿੰਨੀ ਵੱਡੀ ਮਰਜ਼ੀ ਕੰਟਰੀ ਹੈ, ਉਹਦੀ ਇਕੋਨਮੀ ਜਿੰਨੀ ਮਰਜ਼ੀ ਸਟਰੋਂਗ ਹੈ, USA ਨੇ ਵੀ ਹੁਣ ਸਟੱਡੀ ਵੀਜ਼ਾ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਵੀ ਹੁਣ ਕਾਫੀ ਸਟੂਡੈਂਟਸ ਦਾ ਵੈਲਕਮ ਕਰ ਰਹੀ ਹੈ। ਵਰਲਡ ਵਾਈਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਹੁਣ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਨੇ, ਔਰ ਉਹਦੇ ਵਿੱਚ ਫੀਸ ਵੀ ਘੱਟ ਤੋਂ ਘੱਟ ਲੱਗਦੀ ਹੈ ਔਰ ਟਾਈਮ ਵੀ ਜਲਦੀ ਆ ਜਾਂਦਾ ਹੈ, ਕਿਉਂਕਿ ਤੁਹਾਨੂੰ ਵੀਜ਼ਾ ਵਾਸਤੇ ਜ਼ਿਆਦਾ ਦੇਰ ਵੇਟ ਨਹੀਂ ਕਰਨੀ ਪੈਂਦੀ। ਜਿਸ ਦਿਨ ਤੁਹਾਡਾ ਇੰਟਰਵਿਊ ਹੈ ਉਸ ਦਿਨ ਤੁਹਾਡਾ ਵੀਜ਼ਾ ਦਾ ਡਿਸੀਜਨ ਹੈ, ਤੇ ਜਿਸ ਦਿਨ ਤੁਹਾਨੂੰ ਇੰਟਰਵਿਊ ਤੁਸੀਂ ਦੇ ਕੇ ਆਉਣਾ ਹੈ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡਾ ਵੀਜ਼ਾ ਲੱਗ ਗਿਆ ਜਾਂ ਨਹੀਂ ਲੱਗਿਆ। ਹੁਣ ਗੱਲ ਕਰਦੇ ਹਾਂ ਕਿ ਕੌਣ ਵੀਜ਼ਾ ਅਪਲਾਈ ਕਰ ਸਕਦਾ ਹੈ। ਅਗਰ ਤੁਸੀਂ +2 ਕੀਤੀ ਹੈ, ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗ੍ਰੈਜੂਏਸ਼ਨ ਲਈ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ, ਤੇ ਅਗਰ ਤੁਸੀਂ ਗ੍ਰੈਜੂਏਟ ਹੋ ਔਰ ਤੁਸੀਂ ਮਾਸਟਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਸਟਰ ਵਾਸਤੇ ਵੀ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਉੱਥੇ ਹੋਰ ਬਹੁਤ ਸਾਰੇ ਮਲਟੀਪਲ ਕੋਰਸਿਸ ਨੇ ਜੋ ਤੁਸੀਂ ਡਿਪਲੋਮਾ ਕਰ ਸਕਦੇ ਹੋ, ਲੇਕਿਨ ਇਹ ਜੋ ਵੀ ਕੋਰਸਿਸ ਨੇ ਉਹ ਤੁਹਾਡੇ ਜੋ ਬੈਕਗ੍ਰਾਉਂਡ ਦੀ ਸਟੱਡੀ ਹੈ ਉਹਦੇ ਨਾਲ ਮੈਚ ਹੋਣਾ ਚਾਹੀਦਾ। ਅਗਰ ਤੁਹਾਡਾ ਕੋਰਸ ਉਸ ਤੋਂ ਰਿਲੇਟਿਡ ਨਹੀਂ ਹੋਏਗਾ ਤੇ ਤੁਹਾਡਾ ਵੀਜ਼ਾ ਨਹੀਂ ਲੱਗੇਗਾ, ਤੁਹਾਡਾ ਵੀਜ਼ਾ ਅਪਰੂਵ ਨਹੀਂ ਹੋਏਗਾ। ਤੇ ਇਸ ਕਰਕੇ ਕੋਰਸਿਸ ਬਹੁਤ ਸਾਰੇ ਨੇ, ਲੇਕਿਨ ਤੁਸੀਂ ਡਿਸਾਈਡ ਕਰਨਾ ਹੈ, ਔਰ ਜਾਂ ਤੁਸੀਂ ਅਗਰ ਤੁਹਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਤੁਸੀਂ ਕਿਸੇ ਕੰਸਲਟੈਂਟ ਦੇ ਨਾਲ ਸਲਾਹ ਕਰ ਸਕਦੇ ਹੋ ਕਿ ਤੁਸੀਂ ਜੋ ਬੈਕਗ੍ਰਾਉਂਡ ਦੇ ਅੰਦਰ ਜੋ ਸਟੱਡੀ ਕੀਤੀ ਹੈ, ਚਾਹੇ ਤੁਸੀਂ +2 ਦੇ ਅੰਦਰ ਕਾਮਰਸ ਕੀਤੀ ਹੈ, ਆਰਟਸ ਕੀਤੀ ਹੈ, ਸਾਇੰਸ ਕੀਤੀ ਹੈ, ਉਹਦੇ ਬੇਸ ਤੇ ਤੁਹਾਨੂੰ ਕਿਹੜੇ ਕੋਰਸ ਤੁਹਾਨੂੰ ਸੂਟ ਕਰਨਗੇ, ਤੇ ਅਗਰ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਤੇ ਤੁਹਾਨੂੰ ਉਹਦੇ ਨਾਲ ਕਿਹੜੇ ਕੋਰਸ ਤੁਹਾਨੂੰ ਲੈਣੇ ਚਾਹੀਦੇ ਨੇ। ਅਗਰ ਤੁਸੀਂ +2 ਕੀਤੀ ਸੀ 2017, 18, 19 ਦੇ ਵਿੱਚ ਔਰ ਤੁਹਾਡਾ ਗੈਪ ਕਾਫੀ ਹੈ, ਉਸ ਤੋਂ ਬਾਅਦ ਤੁਸੀਂ ਕੋਈ ਸਟੱਡੀ ਨਹੀਂ ਕੀਤੀ, ਉਸ ਗੈਪ ਦੇ ਬਾਵਜੂਦ ਵੀ ਤੁਸੀਂ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਉਹ ਕੋਰਸ ਤੁਹਾਡਾ ਬੈਕਗ੍ਰਾਉਂਡ ਦੇ ਨਾਲ ਰਿਲੇਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਉਹ ਗੈਪ ਜਿਹੜਾ ਹੈ ਜਸਟੀਫਾਈ ਕਰਨਾ ਪਏਗਾ। ਤੁਸੀਂ 2-3 ਸਾਲ ਜੋ ਅਗਰ ਗੈਪ ਹੈ ਤਾਂ ਤੁਸੀਂ ਉਸ ਗੈਪ ਦੇ ਵਿੱਚ ਕੀ ਕੀਤਾ, ਤੁਹਾਡਾ ਐਕਸਪੀਰੀਅੰਸ ਸੀਗਾ, ਤੁਸੀਂ ਕੋਈ ਜੌਬ ਕੀਤੀ ਹੈ, ਤੁਸੀਂ ਕੋਈ ਬਿਜ਼ਨਸ ਕੀਤਾ ਹੈ, ਜਾਂ ਤੁਸੀਂ ਜੋ ਵੀ ਕੰਮ ਕੀਤਾ ਹੈ ਉਹਨੂੰ ਤੁਸੀਂ ਰਿਲੇਟ ਕਰਨਾ ਹੈ ਔਰ ਉਹਦਾ ਤੁਸੀਂ ਕੋਈ ਨਾ ਕੋਈ ਪ੍ਰੂਫ ਜ਼ਰੂਰ ਦੇਣਾ ਹੈ। ਤੇ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੇ ਉਹਦੇ ਵਿੱਚ ਵੀ ਤੁਹਾਨੂੰ 2-3 ਸਾਲ ਹੋ ਗਏ ਨੇ, ਤੁਸੀਂ ਤਾਂ ਵੀ ਆਪਣੀ ਫਰਦਰ ਸਟੱਡੀ ਲਈ USA ਅੰਦਰ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਸੇਮ ਚੀਜ਼ ਹੈ, ਸੇਮ ਕ੍ਰਾਈਟੇਰੀਆ ਹੈ, ਤੁਸੀਂ ਸੇਮ ਚੀਜ਼ਾਂ ਮੈਚ ਕਰਨੀਆਂ ਨੇ, ਆਪਣੀ ਪ੍ਰੀਵੀਅਸ ਸਟੱਡੀ ਦੇ ਨਾਲ ਫਰਦਰ ਕੋਰਸ ਨੂੰ ਰਿਲੇਟ ਕਰਨਾ ਹੈ ਔਰ ਉਹਦੇ ਬਾਅਦ ਹੀ ਤੁਸੀਂ ਆਪਣਾ ਵੀਜ਼ਾ ਜੋ ਹੈ ਫਾਈਲ ਕਰਨਾ ਹੈ। ਅਗਰ ਤੁਹਾਡਾ ਕੋਰਸ ਰਿਲੇਟ ਨਹੀਂ ਹੋਏਗਾ ਤੇ ਤੁਹਾਨੂੰ ਤੁਹਾਡਾ ਵੀਜ਼ਾ 100% ਰਿਜੈਕਟ ਹੋ ਜਾਏਗਾ। ਹੁਣ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਦੀ ਡਾਕੂਮੈਂਟੇਸ਼ਨ ਕੀ ਹੈ, ਤੁਹਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਨੇ ਔਰ ਇਹਦਾ ਪ੍ਰੋਸੀਜਰ ਕੀ ਹੈ ਔਰ ਕਿਸ ਤਰ੍ਹਾਂ ਇਹਨੂੰ ਅਸੀਂ ਫਾਈਲਿੰਗ ਕਰ ਸਕਦੇ ਹਾਂ।
ਸਟੱਡੀ ਵੀਜ਼ਾ ਤੁਸੀਂ ਆਪ ਖੁਦ ਵੀ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਕੋਈ ਰੌਕਟ ਸਾਇੰਸ ਨਹੀਂ ਹੈ ਕਿ ਤੁਸੀਂ ਆਪ ਅਪਲਾਈ ਨਹੀਂ ਕਰ ਸਕਦੇ। ਤੁਹਾਨੂੰ ਥੋੜੀ ਬਹੁਤ ਨੌਲੇਜ ਹੈ, ਅਗਰ ਤੁਸੀਂ +2 ਕੀਤੀ ਹੋਈ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਤੁਹਾਨੂੰ ਥੋੜੀ ਜਿਹੀ ਬੇਸਿਕ ਨੌਲੇਜ ਦੀ ਲੋੜ ਹੈ। ਤੁਸੀਂ ਆਪਣੇ ਆਪ ਸਾਰਾ ਕੰਮ ਕਰ ਸਕਦੇ ਹੋ। ਅਗਰ ਤੁਸੀਂ ਫਾਰਮ ਆਪਣੇ ਆਪ ਫਿਲ ਕੀਤਾ ਹੋਏਗਾ ਤੇ ਤੁਹਾਨੂੰ ਪਤਾ ਵੀ ਹੋਏਗਾ ਕਿ ਤੁਸੀਂ ਫਾਰਮ 'ਚ ਕੀ ਫਿਲ ਕੀਤਾ ਹੈ, ਔਰ ਹਰ ਚੀਜ਼ ਦੇ ਬਾਰੇ ਤੁਹਾਨੂੰ ਨੌਲੇਜ ਹੋਏਗੀ, ਔਰ ਤੁਸੀਂ ਇੰਟਰਵਿਊ ਦੇ ਟਾਈਮ ਤੇ ਨਰਵਸ ਨਹੀਂ ਹੋਵੋਗੇ। ਤੁਸੀਂ ਇੰਟਰਵਿਊ ਈਜ਼ੀਲੀ ਕਲੀਅਰ ਕਰ ਲਓਗੇ। ਤੇ ਅਗਰ ਤੁਹਾਨੂੰ ਆਪਣੇ ਆਪ ਭਰਨ 'ਚ ਕੋਈ ਹੈਜ਼ੀਟੇਸ਼ਨ ਹੈ ਤੇ ਤੁਸੀਂ ਕਿਸੇ ਕੰਸਲਟੈਂਟ ਦੀ ਸਲਾਹ ਲੈ ਸਕਦੇ ਹੋ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ, ਕਿਸੇ ਵੀ ਕੰਸਲਟੈਂਟ ਦੇ ਨਾਲ ਅਗਰ ਤੁਸੀਂ ਕੰਮ ਕਰਦੇ ਹੋ, ਫਾਰਮ ਫਿਲ ਕਰਾਉਂਦੇ ਹੋ, ਉਹਦੀ ਫਾਰਮ ਦੀ ਇੱਕ ਕਾਪੀ ਆਪਣੇ ਕੋਲ ਜ਼ਰੂਰ ਰੱਖਣਾ। ਹੁਣ ਗੱਲ ਕਰਦੇ ਹਾਂ ਡਾਕੂਮੈਂਟੇਸ਼ਨ ਦੀ। ਅਗਰ ਤੁਸੀਂ ਗ੍ਰੈਜੂਏਸ਼ਨ ਕਰਨੀ ਹੈ ਜਾਂ ਕੋਈ ਡਿਪਲੋਮਾ ਕਰਨਾ ਹੈ ਤੇ ਤੁਸੀਂ 10 ਦੀ ਔਰ 12 ਦੀ ਮਾਰਕਸ਼ੀਟ ਚਾਹੀਦੀ ਹੈ। ਅਗਰ ਤੁਸੀਂ ਕਰੰਟਲੀ ਆਇਲਸ ਕੀਤੀ ਹੈ ਤੇ ਆਇਲਸ ਦਾ TRF, ਔਰ ਅਗਰ ਆਇਲਸ ਤੁਹਾਡੀ ਪੁਰਾਣੀ ਹੈ, ਐਕਸਪਾਇਰ ਹੋ ਗਈ ਹੈ, ਤੇ ਤੁਸੀਂ ਉਹ ਵੀ ਨਾਲ ਲਗਾ ਸਕਦੇ ਹੋ। ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਉੱਥੋਂ ਦੀ ਆਫਰ ਲੈਟਰ ਮਿਲੇਗਾ। ਆਫਰ ਲੈਟਰ ਆਉਣ ਤੋਂ ਬਾਅਦ ਤੁਸੀਂ ਜੋ ਹੈ ਆਪਣਾ I-20 ਲਈ ਅਪਲਾਈ ਕਰਦੇ ਹੋ। I-20 ਫਾਰਮ ਦੇ ਲਈ ਵੀ ਤੁਹਾਨੂੰ ਸਾਰੇ ਆਪਣੇ ਟ੍ਰਾਂਸਕ੍ਰਿਪਟ ਦੀ ਲੋੜ ਪਏਗੀ। 10th 12th ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਗ੍ਰੈਜੂਏਸ਼ਨ ਦੀ ਟ੍ਰਾਂਸਕ੍ਰਿਪਟ ਤੇ ਨਾਲ ਹੀ ਆਇਲਸ ਦਾ TRF, ਇਹ ਸਭ ਚੀਜ਼ਾਂ ਦੇ ਬੇਸ ਦੇ ਉੱਤੇ ਤੁਸੀਂ I-20 ਫਾਰਮ ਅਪਲਾਈ ਕਰ ਸਕਦੇ ਹੋ। I-20 ਤੁਸੀਂ ਜੋ ਹੈ ਇੱਕ ਦੀ ਯੂਨੀਵਰਸਿਟੀ ਵਿੱਚ ਨਹੀਂ ਕਰਨਾ, 2 ਜਾਂ 3 ਜਗ੍ਹਾ ਵੀ ਅਪਲਾਈ ਕਰ ਸਕਦੇ ਹੋ। ਇਹਦੇ ਨਾਲ ਹੀ ਤੁਹਾਨੂੰ 2 ਲੈਟਰ ਚਾਹੀਦੇ ਹੁੰਦੇ ਨੇ ਜਿਹਨੂੰ LOR ਬੋਲਦੇ ਨੇ। ਇੱਕ LOR ਤੁਹਾਡੀ ਕੰਪਨੀ ਜਿੱਥੇ ਤੁਸੀਂ ਜੌਬ ਕਰਦੇ ਹੋ ਉਹ ਤੁਹਾਨੂੰ ਰეკਮੈਂਡੇਸ਼ਨ ਲੈਟਰ ਲਿਖ ਕੇ ਦੇਣਗੇ, ਔਰ ਦੂਸਰਾ LOR ਤੁਹਾਡੀ ਸਟੱਡੀ ਬੇਸ ਤੇ ਹੋਏਗਾ। ਤੁਸੀਂ ਜਿੱਥੇ ਵੀ ਸਟੱਡੀ ਕੀਤੀ ਹੈ ਲਾਸਟ, ਯੂਨੀਵਰਸਿਟੀ ਜਾਂ ਕਾਲਜ ਤੋਂ, ਜਿੱਥੋਂ ਵੀ ਤੁਸੀਂ ਕੀਤੀ ਹੈ, ਸਕੂਲ ਤੋਂ ਲਾਸਟ ਜੋ ਤੁਹਾਡੀ ਹਾਈਐਸਟ ਸਟੱਡੀ ਹੈ, ਉਸ ਇੰਸਟੀਟਿਊਟ ਤੋਂ ਤੁਸੀਂ LOR ਲੈ ਸਕਦੇ ਹੋ। ਤੇ ਦੋਨੋਂ LOR ਮਸਟ ਨੇ, ਬਿਨਾਂ ਦੋਨੋਂ LOR ਦੇ ਤੁਸੀਂ ਆਪਣੀ ਫਾਈਲ ਜੋ ਹੈ ਲੌਗ ਨਹੀਂ ਕਰ ਸਕਦੇ। I-20 ਫਾਰਮ ਮਿਨੀਮਮ 10 ਡੇਜ਼ ਔਰ ਮੈਕਸਿਮਮ 20 to 25 ਡੇਜ਼ ਦੇ ਵਿੱਚ ਆ ਜਾਂਦਾ ਹੈ। I-20 ਫਾਰਮ ਆਉਣ ਤੋਂ ਬਾਅਦ ਤੁਸੀਂ ਸਰਵਿਸ ਫੀਸ ਡਿਪੋਜ਼ਿਟ ਕਰਨੀ ਹੈ, ਜੋ ਕਿ ਅਰਾਊਂਡ $350 USD ਹੈ। ਇਹਦੇ ਨਾਲ ਤੁਸੀਂ ਆਪਣਾ DS-160 ਫਾਰਮ ਫਿਲ ਕਰਨਾ ਹੈ। DS-160 ਫਾਰਮ ਆਨਲਾਈਨ ਇੱਕ ਫਾਰਮ ਹੈ ਜਿਹਦੇ ਵਿੱਚ ਤੁਹਾਡੀ ਸਾਰੀ ਇਨਫੋਰਮੇਸ਼ਨ ਜਾਂਦੀ ਹੈ, ਔਰ ਉਹਨੂੰ ਤੁਸੀਂ ਉਹਨੂੰ ਅਪਲੋਡ ਕਰਨਾ ਹੁੰਦਾ। DS-160 ਫਾਰਮ ਤੁਸੀਂ ਆਪ ਖੁਦ ਵੀ ਫਿਲ ਕਰ ਸਕਦੇ ਹੋ। ਅਗਰ ਤੁਸੀਂ ਕਿਸੇ ਏਜੰਟ ਦੇ ਕੋਲੋਂ ਜਾਂ ਕਿਸੇ ਕੰਸਲਟੈਂਟ ਦੇ ਕੋਲੋਂ ਫਿਲ ਕਰਵਾ ਰਹੇ ਹੋ ਤਾਂ ਤੁਸੀਂ ਉਹਦੇ ਕੋਲ ਆਪਣੀ ਕਾਪੀ ਜ਼ਰੂਰ ਰੱਖਣਾ। DS-160 ਫਾਰਮ ਅਪਲੋਡ ਕਰਨ ਦੇ ਟਾਈਮ ਤੇ ਤੁਸੀਂ ਉਹਦਾ ਇੱਕ ਪ੍ਰਿੰਟ ਆਊਟ, ਉਹਦਾ ਇੱਕ ਫੋਟੋ ਕਾਪੀ ਆਪਣੇ ਕੋਲ ਜ਼ਰੂਰ ਰੱਖਣੀ ਹੈ, ਕਿਉਂਕਿ ਇਹ ਤੁਹਾਡਾ ਰਿਕਾਰਡ ਹੈ ਤੁਸੀਂ ਫਾਰਮ ਦੇ ਵਿੱਚ ਕੀ ਫਿਲ ਕੀਤਾ ਹੈ, ਔਰ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਜੋ ਤੁਸੀਂ ਭਰੀ ਹੈ ਉਹ ਤੁਹਾਡੇ ਕੋਲ ਇੱਕ ਰਿਕਾਰਡ ਪਿੱਛੇ ਹੋਣਾ ਚਾਹੀਦਾ ਹੈ। ਅਗਰ ਤੁਸੀਂ ਆਪ ਅਪਲਾਈ ਕਰ ਰਹੇ ਹੋ ਤੁਸੀਂ ਤਾਂ ਵੀ ਉਹਦੀ ਫੋਟੋ ਕਾਪੀ ਰੱਖੋ। ਅਗਰ ਤੁਸੀਂ ਕਿਸੇ ਏਜੰਟ ਦੇ ਥਰੂ ਕਰ ਰਹੇ ਹੋ ਜਾਂ ਤੁਸੀਂ ਕਿਸੇ ਕੰਸਲਟੈਂਟ ਦੇ ਥਰੂ ਕਰ ਰਹੇ ਹੋ ਤੇ ਉਹਨਾਂ ਨੂੰ ਰਿਕੁਐਸਟ ਕਰੋ ਕਿ ਤੁਹਾਨੂੰ ਉਹ ਇੱਕ ਕਾਪੀ ਜ਼ਰੂਰ ਦੇਣ, ਕਿਉਂਕਿ ਇੱਕ ਵਾਰ ਫਾਰਮ ਅਗਰ ਸਬਮਿਟ ਹੋ ਜਾਏ ਤਾਂ ਤੁਸੀਂ ਦੁਬਾਰਾ ਉਹ ਫਾਰਮ ਨੂੰ ਨਹੀਂ ਨਿਕਾਲ ਸਕਦੇ। DS-160 ਫਾਰਮ ਡਿਪੋਜ਼ਿਟ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਐਮਬੈਸੀ ਦੀ ਫੀ ਡਿਪੋਜ਼ਿਟ ਕਰਾਉਣੀ ਹੁੰਦੀ ਹੈ, ਜੋ ਕਿ $160 ਹੈ। ਔਰ ਇਹ ਫੀ ਡਿਪੋਜ਼ਿਟ ਹੋਣ ਤੋਂ ਬਾਅਦ ਜਦੋਂ ਹੀ ਫੀ ਐਕਟੀਵੇਟ ਹੋ ਜਾਂਦੀ ਹੈ ਸਿਸਟਮ ਦੇ ਉੱਤੇ, ਫੀ ਰਿਸੀਪਟ ਐਕਟੀਵੇਟ ਹੋਣ ਤੋਂ ਬਾਅਦ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਅਪਾਇੰਟਮੈਂਟ ਫਿਕਸ ਕਰਨ ਦੇ ਟਾਈਮ ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਅਗਰ ਇੱਕ ਦਿਨ ਬਾਇਓਮੈਟ੍ਰਿਕ ਕਰ ਰਹੇ ਹੋ ਤੁਹਾਨੂੰ ਨੈਕਸਟ ਡੇ ਜੋ ਹੈ ਐਮਬੈਸੀ ਦੀ ਅਪਾਇੰਟਮੈਂਟ ਮਿਲ ਜਾਏ। ਅੰਬੈਸੀ ਜਾਣ ਦੇ ਟਾਈਮ ਤੇ ਤੁਸੀਂ ਸਾਰੇ ਹੀ ਡਾਕੂਮੈਂਟਸ ਓਰੀਜਨਲ ਆਪਣੇ ਕੋਲ ਰੱਖਣੇ ਨੇ ਤੇ ਨਾਲ ਹੀ ਫੋਟੋ ਕਾਪੀਜ਼ ਵੀ ਰੱਖਣੀਆਂ ਨੇ। ਇਹਨਾਂ ਸਾਰਿਆਂ ਡਾਕੂਮੈਂਟਸ ਦੇ ਨਾਲ ਤੁਸੀਂ ਆਪਣਾ ਇੱਕ ਪ੍ਰੂਫ ਆਫ ਫੰਡਸ ਵੀ ਲਗਾਉਣਾ ਹੈ। ਪ੍ਰੂਫ ਆਫ ਫੰਡਸ ਦੇ ਅੰਦਰ ਤੁਸੀਂ ਆਪਣੀ ਬੈਂਕ ਸਟੇਟਮੈਂਟ ਲਗਾ ਸਕਦੇ ਹੋ, ਔਰ ਬੈਂਕ ਸਟੇਟਮੈਂਟ ਦੇ ਅੰਦਰ ਤੁਹਾਡੇ ਕੋਲ ਸਫੀਸ਼ੀਐਂਟ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਜਿੰਨੇ ਵੀ ਤੁਸੀਂ ਫੰਡਸ I-20 ਫਾਰਮ ਦੇ ਵਿੱਚ ਫਿਲ ਕੀਤੇ ਨੇ ਤੁਹਾਡੇ ਕੋਲ ਉਸ ਤੋਂ ਪਲੱਸ ਹੋਣੇ ਚਾਹੀਦੇ ਨੇ, ਤਾਂ ਕਿ ਐਮਬੈਸੀ ਨੂੰ ਇਹ ਟਰਸਟ ਹੋ ਜਾਏ ਕਿ ਤੁਹਾਡੇ ਬੈਂਕ ਦੇ ਅੰਦਰ ਸਫੀਸ਼ੀਐਂਟ ਫੰਡਸ ਨੇ, ਤੁਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਸਰਵਾਈਵ ਕਰ ਸਕਦੇ ਹੋ। ਤੁਹਾਡੇ ਕੋਲ ਸਫੀਸ਼ੀਐਂਟ ਬੈਲੈਂਸ ਆਫਟਰ ਡਿਪੋਜ਼ਿਟਿੰਗ ਦ ਫੀ ਜੋ ਹੈ ਤੁਹਾਡੇ ਕੋਲ ਬੈਲੈਂਸ ਅਵੇਲੇਬਲ ਹੈ। ਹੁਣ ਗੱਲ ਕਰਦੇ ਹਾਂ ਟਿਊਸ਼ਨ ਫੀ ਦੀ। ਟਿਊਸ਼ਨ ਫੀ ਜੋ ਹੈ ਉਹ ਡਿਪੈਂਡ ਕਰਦਾ ਹੈ ਤੁਸੀਂ ਕਿਹੜਾ ਕੋਰਸ ਸਿਲੈਕਟ ਕੀਤਾ ਹੈ। ਤੁਸੀਂ ਅਗਰ ਮਾਸਟਰ ਕਰ ਰਹੇ ਹੋ ਉਹਦੀ ਫੀਸ ਜ਼ਿਆਦਾ ਹੈ, ਅਗਰ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਉਹਦੀ ਫੀਸ ਥੋੜੀ ਘੱਟ ਹੈ, ਤੇ ਅਗਰ ਤੁਸੀਂ ਡਿਪਲੋਮਾ ਕਰ ਰਹੇ ਹੋ ਉਹਦੀ ਫੀਸ ਹੋਰ ਘੱਟ ਹੈ। ਮਿਨੀਮਮ ਫੀਸ ਜੋ ਹੈ 8 ਤੋਂ 10,000 ਤੋਂ ਸਟਾਰਟ ਹੋ ਜਾਂਦੀ ਹੈ, ਔਰ ਮੈਕਸਿਮਮ ਇਹਦੀ 30,000 40,000 ਤੱਕ ਜਾਂਦੀ ਹੈ। ਔਰ ਇਹ ਫੀਸ ਤੁਸੀਂ ਜ਼ਰੂਰੀ ਨਹੀਂ ਹੈ ਕਿ ਵਨ ਟਾਈਮ ਪੇ ਕਰਨੀ ਹੈ, ਇਹ ਫੀਸ ਤੁਸੀਂ ਪਾਰਸ਼ਲੀ ਵੀ ਪੇ ਕਰ ਸਕਦੇ ਹੋ। ਤੁਸੀਂ 1 ਈਅਰ ਦੀ ਕਰ ਲਓ, ਤੁਸੀਂ ਇੱਕ ਸਮੈਸਟਰ ਦੀ ਕਰ ਲਓ, ਬਾਕੀ ਉੱਥੇ ਜਾ ਕੇ ਵੀ ਪੇ ਕਰ ਸਕਦੇ ਹੋ। ਤੇ ਇਸ ਕਰਕੇ ਫੀਸ ਦਾ ਕੋਈ ਵੀ ਰੌਲਾ ਨਹੀਂ ਹੈ। ਤੁਸੀਂ ਘੱਟ ਤੋਂ ਘੱਟ ਫੀ ਪੇ ਕਰਕੇ ਵੀ ਤੁਸੀਂ ਆਪਣਾ USA ਦੇ ਵਿੱਚ ਐਂਟਰੀ ਕਰ ਸਕਦੇ ਹੋ ਔਨ ਸਟੱਡੀ ਵੀਜ਼ਾ। ਅਗਰ ਤੁਸੀਂ ਸਟੱਡੀ ਕਰਨ ਜਾ ਰਹੇ ਹੋ ਤਾਂ ਸਟੱਡੀ ਹੀ ਕਰਨਾ, ਕਿਉਂਕਿ ਇਹਦੇ ਨਾਲ ਤੁਹਾਨੂੰ ਅੱਗੇ ਫਿਊਚਰ ਦੇ ਵਿੱਚ ਬਹੁਤ ਸਾਰੇ ਬੈਨੀਫਿਟਸ ਮਿਲਣਗੇ। ਅਗਰ ਤੁਸੀਂ ਉੱਥੇ ਐਂਟਰੀ ਕਰਨ ਤੋਂ ਬਾਅਦ ਕਾਲਜ ਦੇ ਵਿੱਚ ਨਹੀਂ ਗਏ ਔਰ ਸਟੱਡੀ ਨਹੀਂ ਕੀਤੀ ਕੰਪਲੀਟ, ਫਿਰ ਤੁਹਾਡਾ ਉੱਥੇ ਜੋ ਹੈ ਟਰੈਕ ਰਿਕਾਰਡ ਖਰਾਬ ਹੋ ਜਾਏਗਾ, ਤੁਹਾਨੂੰ ਬਲੈਕਲਿਸਟ ਵੀ ਕਰ ਸਕਦੇ ਨੇ ਔਰ ਕਦੀ ਵੀ ਰਿਪੋਰਟ ਵੀ ਕਰ ਸਕਦੇ ਨੇ। ਇੱਕ ਚੀਜ਼ ਹੋਰ ਕਲੀਅਰ ਕਰ ਦੇਣਾ ਚਾਹੁੰਦਾ, ਅਗਰ ਤੁਹਾਡੇ ਆਇਲਸ ਅੰਦਰ 1 ਜਾਂ 2 ਮੋਡਿਊਲ ਦੇ ਅੰਦਰ ਘੱਟ ਬੈਂਡ ਆਏ ਨੇ, ਲੇਕਿਨ ਤੁਸੀਂ ਇੰਗਲਿਸ਼ ਅੱਛੀ ਬੋਲ ਲੈਂਦੇ ਹੋ, ਸਮਝ ਲੈਂਦੇ ਹੋ, ਗੱਲਬਾਤ ਕਰ ਸਕਦੇ ਹੋ,
ਤੁਸੀਂ ਤਾਂ ਹੀ ਅਪਲਾਈ ਕਰਨਾ, ਕਿਉਂਕਿ ਉੱਥੇ ਇੰਟਰਵਿਊ ਇੰਗਲਿਸ਼ ਵਿੱਚ ਹੀ ਹੋਣਾ ਹੈ ਔਰ ਤੁਸੀਂ ਆਪਣੀ ਪ੍ਰੀਪਰੇਸ਼ਨ ਜੋ ਹੈ ਇੰਗਲਿਸ਼ ਵਿੱਚ ਹੀ ਕਰਨੀ ਹੈ। ਤੁਸੀਂ ਹਿੰਦੀ ਦੇ ਵਿੱਚ ਜਾ ਕੇ ਇੰਟਰਵਿਊ ਤਾਂ ਦੇ ਨਹੀਂ ਸਕਦੇ, ਨਾ ਪੰਜਾਬੀ ਵਿੱਚ ਦੇ ਸਕਦੇ ਹੋ, ਕਿਉਂਕਿ ਸਟੱਡੀ ਕਰਨ ਜਾ ਰਹੇ ਹੋ ਤੇ ਇਸ ਕਰਕੇ ਇੰਗਲਿਸ਼ ਇੰਟਰਵਿਊ ਹੀ ਹੋਏਗਾ। ਤੇ ਅਗਰ ਤੁਸੀਂ ਕੌਨਫੀਡੈਂਟ ਹੋ ਆਪਣੇ ਆਪ ਦੇ ਵਿੱਚ, ਤੁਸੀਂ ਗੱਲਬਾਤ ਕਰ ਸਕਦੇ ਹੋ, 10 ਮਿੰਟ 15 ਮਿੰਟ ਆਪਣੇ ਬਾਰੇ ਦੱਸ ਸਕਦੇ ਹੋ ਤੇ ਤਾਂ ਹੀ ਤੁਸੀਂ ਅਪਲਾਈ ਕਰਨਾ। ਅਦਰਵਾਈਜ਼ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਆਪਣੇ ਉੱਪਰ ਡਾਊਟ ਹੈ ਤੇ ਤੁਸੀਂ ਫਿਰ USA ਵੀਜ਼ਾ ਅਪਲਾਈ ਨਾ ਕਰਨਾ। ਇੰਟਰਵਿਊ ਦੇ ਅੰਦਰ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਇੰਟਰਵਿਊ ਤੁਹਾਡਾ ਸਾਰਾ ਤੁਹਾਡੇ ਬੇਸ ਤੇ ਹੀ ਹੋਏਗਾ। ਜੋ ਤੁਸੀਂ ਅਕੈਡਮਿਕ ਸ਼ੋਅ ਕੀਤਾ ਹੈ ਉਹਦੇ ਬਾਰੇ ਪੁੱਛ ਸਕਦੇ ਨੇ, ਜੋ ਤੁਸੀਂ ਕੋਰਸ ਲਈ ਅਪਲਾਈ ਕੀਤਾ ਹੈ ਉਹਦੇ ਬਾਰੇ ਪੁੱਛ ਸਕਦੇ ਨੇ ਕਿ ਤੁਸੀਂ ਇਹ ਕੋਰਸ ਕਿਉਂ ਅਪਲਾਈ ਕੀਤਾ ਹੈ ਔਰ ਇਹਦੇ ਬਾਅਦ ਤੁਹਾਨੂੰ ਕੀ ਬੈਨੀਫਿਟ ਹੈ। ਤੁਸੀਂ ਇਹਦੇ ਬਾਰੇ ਹੀ ਦੱਸਣਾ ਹੈ ਕਿ ਮੈਂ ਉੱਥੇ ਸਟੱਡੀ ਕਰਕੇ ਮੈਂ ਪਿੱਛੇ ਇੰਡੀਆ ਵਾਪਸ ਆਉਣਾ ਹੈ ਔਰ ਮੇਰਾ ਇੰਡੀਆ ਦੇ ਅੰਦਰ ਬੇਸ ਬਹੁਤ ਸਟਰੋਂਗ ਹੈ। ਮੇਰੇ ਮਦਰ ਨੇ ਫਾਦਰ ਨੇ ਉਹਨਾਂ ਦੀ ਟੇਕ ਕੇਅਰ ਕਰਨੀ ਹੈ, ਜਾਂ ਮੇਰੇ ਪਿੱਛੇ ਫਾਦਰ ਮਦਰ ਮੇਰੇ ਡਿਪੈਂਡੈਂਟ ਨੇ, ਮੈਂ ਉਹਨਾਂ ਦੀ ਟੇਕ ਕੇਅਰ ਕਰਨੀ ਹੈ। ਮੈਂ ਬਿਜ਼ਨਸ ਇੰਡੀਆ ਵਿੱਚ ਆ ਕੇ ਕਰਾਂਗਾ ਜਾਂ ਮੈਂ ਇੱਥੇ ਆ ਕੇ ਸੈਟਲਮੈਂਟ ਕਰਾਂਗਾ। ਅਗਰ ਤੁਹਾਡੇ ਕੋਲੋਂ ਕਾਉਂਸਲਰ ਨੇ ਪੁੱਛ ਲਿਆ ਕਿ ਤੁਸੀਂ ਸਟੱਡੀ ਕਰਨ ਤੋਂ ਬਾਅਦ ਉੱਥੇ ਕੀ ਕਰੋਗੇ, ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਉੱਥੇ ਸੈਟਲਮੈਂਟ ਕਰਾਂਗਾ ਜਾਂ ਮੈਂ ਜੌਬ ਢੂੰਡਾਂਗਾ ਜਾਂ ਮੈਂ ਉੱਥੇ ਸੈਟਲ ਹੋਵਾਂਗਾ। ਤੁਸੀਂ ਇਹੀ ਕਹਿਣਾ ਹੈ ਕਿ ਮੈਂ ਇੰਡੀਆ ਵਾਪਸ ਆਵਾਂਗਾ, ਮੇਰੇ ਮਦਰ ਫਾਦਰ ਪਿੱਛੇ ਮੇਰੇ ਡਿਪੈਂਡੈਂਟ ਨੇ, ਮੇਰੀ ਫੈਮਿਲੀ ਹੈ ਪਿੱਛੇ, ਮੇਰੀ ਪ੍ਰੋਪਰਟੀ ਹੈ ਔਰ ਮੈਂ ਇੱਥੇ ਆ ਕੇ ਆਪਣੀ ਸੈਟਿੰਗ ਕਰਾਂਗਾ ਔਰ ਆਪਣਾ ਬਿਜ਼ਨਸ ਜਾਂ ਜੌਬ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਮੈਂ ਇੰਡੀਆ ਵਿੱਚ ਆ ਕੇ ਹੀ ਸੈਟਲ ਹੋਵਾਂਗਾ। ਅਗਰ ਤੁਹਾਡਾ ਕੈਨੇਡਾ ਦਾ ਸਟੱਡੀ ਵੀਜ਼ਾ ਰਿਫਿਊਜ਼ ਹੋ ਗਿਆ ਹੈ ਔਰ ਤੁਸੀਂ ਅਬਰੋਡ ਜਾਣਾ ਚਾਹੁੰਦੇ ਹੋ ਤਾਂ USA ਇੱਕ ਅੱਛਾ ਆਪਸ਼ਨ ਹੈ। ਤੁਸੀਂ USA ਦੇ ਵਿੱਚ ਸਟੱਡੀ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਹੋ। USA ਵੀਜ਼ਾ ਇਸ ਤਰ੍ਹਾਂ ਬਹੁਤ ਈਜ਼ੀ ਹੈ ਔਰ ਇਸ ਟਾਈਮ ਤੇ ਆਉਣ ਵਾਲੇ 2 ਮਹੀਨੇ ਅੰਦਰ ਮੈਕਸਿਮਮ USA ਦੇ ਸਟੱਡੀ ਵੀਜ਼ਾਸ ਅਪਲਾਈ ਹੋਣੇ ਨੇ, ਕਿਉਂਕਿ ਇੰਟਰਵਿਊ ਦਾ ਟਾਈਮ ਹੁਣ ਜੁਲਾਈ ਤੋਂ ਓਪਨ ਹੋ ਰਿਹਾ ਹੈ ਔਰ ਤੁਸੀਂ ਆਪਣਾ 2 ਮਹੀਨੇ ਦੇ ਅੰਦਰ ਤੁਸੀਂ ਆਪਣੀ ਪ੍ਰੀਪਰੇਸ਼ਨ ਕਰ ਸਕਦੇ ਹੋ। ਤੁਸੀਂ ਜਨਵਰੀ ਇਨਟੇਕ ਵੀ ਲੈ ਸਕਦੇ ਹੋ ਤੇ ਜਨਵਰੀ ਇਨਟੇਕ ਵਾਸਤੇ ਆਪਣਾ ਅਪਲਾਈ ਕਰੋ ਔਰ ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਹੈ, ਆਪਣੀ ਪ੍ਰੀਪਰੇਸ਼ਨ ਕਰੋ ਔਰ ਆਪਣਾ ਵੀਜ਼ਾ ਅਪਲਾਈ ਕਰੋ। ਸੋ ਇਹ ਸੀ ਇੱਕ ਸਮਾਲ ਤੇ ਕੁਇਕ ਅਪਡੇਟ USA ਦੇ ਸਟੱਡੀ ਵੀਜ਼ਾ ਦੇ ਬਾਰੇ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ। ਇਹਦੇ ਵਿੱਚ ਦਿੱਤੀ ਗਈ ਜਾਣਕਾਰੀ ਉਮੀਦ ਕਰਦਾ ਤੁਹਾਡੇ ਕੰਮ ਆਏਗੀ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਕੁਝ ਹੋਰ ਇੰਪੋਰਟੈਂਟ ਕੰਟੈਂਟ ਦੇ ਨਾਲ। ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।